ਸਾਡੇ ਇਸ਼ਟ ਦੀ ਸਾਡੇ ਤਖਤ ਤੇ ਆ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਨਿਰਾਦਰ ਕਰਨ ਦਾ ਕੋਸ਼ਿਸ਼ ਕੀਤੀ ਜਾਂਦੀ ਹੈ। ਸੋ ਇਦੋਂ ਵੱਡਾ ਸਾਡੇ ਕੋਲੇ ਮਸਲਾ, ਇਦੋਂ ਵੱਡਾ ਮੁੱਦਾ ਸਾਡੀਆਂ ਜ਼ਮੀਨਾਂ, ਸਾਡਾ ਪਰਿਵਾਰ, ਸਾਡਾ ਹੋਰ ਸਭ ਕੁਝ ਇਹਦੇ ਸਾਹਮਣੇ ਕੁਝ ਨਹੀਂ ਹੈ। ਨਾ ਇਦੋਂ ਉੱਤੇ ਸਾਡੇ ਲਈ ਕੁਝ ਨਹੀਂ ਹੈ। ਜਦੋਂ ਪੰਜਾਬ 'ਚ ਰਹਿੰਦੀਆਂ ਰੂਹਾਂ ਇਹ ਗੱਲ ਨਹੀਂ ਸਮਝਦੀਆਂ, ਜਾਂ ਇਸ ਧਰਤੀ ਤੇ ਜਿਸ ਧਰਤੀ ਨੂੰ ਆਪਾਂ ਗੁਰੂਆਂ ਦੀ ਧਰਤੀ ਕਹਿੰਦੇ ਆ, ਇੱਥੇ ਵਸਦੇ ਵੱਡੀਆਂ ਵੱਡੀਆਂ ਪੰਥਕ ਸ਼ਖਸੀਅਤਾਂ ਇਹ ਗੱਲ ਨਹੀਂ ਸਮਝਦੀਆਂ। ਦੇਖੋ ਆਪਾਂ ਸਾਰੀ ਸੰਗਤ ਬੈਠੀ ਹਾਂ ਤੇ ਪੰਥ 'ਚ ਸਾਡੇ ਇੱਥੇ ਬੜੇ ਸਕਾਲਰ ਬੈਠੇ ਹੋਣੇ ਆ, ਪਰ ਪੰਥ 'ਚ ਸਾਡੇ ਹੋਰ ਬਹੁਤ ਵੱਡੀਆਂ ਵੱਡੀਆਂ ਸ਼ਖਸੀਅਤਾਂ ਬੈਠੀਆਂ, ਸਿੱਖ ਸਕਾਲਰ ਬੈਠੇ ਆ। ਉਹ ਹਜੇ ਤੱਕ ਇਹ ਤਖਤ ਸਾਹਿਬ ਤੇ ਕੋਈ ਵੀ ਨਹੀਂ ਆਇਆ, ਕਿਸੇ ਨੇ ਆ ਕੇ ਇੱਥੇ ਗੱਲ ਨਹੀਂ ਸੁਣੀ। ਕੋਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਜਿਹੜਾ ਨੁਮਾਇੰਦਾ ਹੋਵੇ, ਉਹਨਾਂ ਦਾ ਪ੍ਰਧਾਨ ਜਿਹੜੇ ਹੋਣ, ਉਹ ਆ ਕੇ ਇੱਥੇ ਗੱਲ ਸੁਣਨ, ਕਿਉਂਕਿ ਗੱਲ ਹੈ ਹੀ ਬਹੁਤ ਵੱਡੀ। ਪਹਿਲਾਂ ਤਾਂ ਇਸ ਗੱਲ ਨੂੰ ਸਮਝੀਏ, ਕਿਉਂਕਿ ਇਹ ਗੱਲ ਸਿਰਫ ਸਰਸੇ ਵਾਲੇ ਤੱਕ ਸੀਮਤ ਨਹੀਂ ਆ, ਇਹ ਨਿਰੰਕਾਰੀਆਂ ਤੱਕ ਸੀਮਤ ਨਹੀਂ ਆ, ਇਹ ਬਾਦਲਾਂ ਤੱਕ ਸੀਮਤ ਨਹੀਂ ਆ, ਜਾਂ ਇਹ ਕਿਸੇ ਕੈਪਟਨ ਤੱਕ ਸੀਮਤ ਨਹੀਂ ਆ। ਇਹ ਇਸ ਦੇਸ਼ ਦੀ ਸਰਕਾਰ ਜਿਹੜੀ ਇੱਕ ਇੰਡੀਅਨ ਸਟੇਟ ਆਪਾਂ ਕਹਿੰਦੇ ਆ, ਇਹ ਇੰਡੀਅਨ ਸਟੇਟ ਦਾ ਪ੍ਰੋਜੈਕਟ ਆ। ਇਸ ਗੱਲ ਨੂੰ ਆਪਾਂ ਸਮਝੀਏ। ਪਹਿਲਾਂ ਇੰਡੀਅਨ ਸਟੇਟ ਦਾ ਪ੍ਰੋਜੈਕਟ ਆ ਵੀ ਸਾਡੇ ਇਸ਼ਟ ਦੀ, ਸਾਡੇ ਗੁਰੂ ਦੀ ਬੇਅਦਬੀ ਇੰਨੀ ਕੁ ਕਾਮਨ ਕਰ ਦੋ ਵੀ ਸਿੱਖ ਇਹਦੇ ਤੇ ਰਿਐਕਟ ਕਰਨਾ ਹੀ ਛੱਡ ਦੇਣ, ਔਰ ਸਾਡਾ ਭਰੋਸਾ ਤੇ ਸਾਡਾ ਵਿਸ਼ਵਾਸ ਤੋੜਨ ਉਹ। ਕਿਉਂਕਿ ਜੇ ਅਸੀਂ ਪੰਜਾਬ 'ਚ ਖੜੇ ਹੋ ਕੇ ਜਾਂ ਲੜਦੇ ਆ ਨਾ, ਮੁਹਿੰਮਾਂ ਸੰਘਰਸ਼ ਕਰਦੇ ਆ, ਉਹ ਇਸੇ ਕਰਕੇ ਕਰਦੇ ਆ ਕਿਉਂਕਿ ਸਾਡਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ, ਜਿੱਤੇ ਉਹ ਭਰੋਸਾ ਟੁੱਟਿਆ ਸਾਡਾ ਜਜ਼ਬਾ ਟੁੱਟ ਜਾਣਾ। ਇਹ ਦੋਨੇ ਗੱਲਾਂ ਜੁੜਦੀਆਂ। ਇਹ ਗੱਲਾਂ, ਇਸ ਗੱਲ ਨੂੰ ਪਹਿਲਾਂ ਸਮਝੀਏ। ਇਹ ਇੰਡੀਅਨ ਸਟੇਟ ਦਾ ਪ੍ਰੋਜੈਕਟ ਆ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਜੋ ਸਿੱਖਾਂ ਦਾ ਭਰੋਸਾ ਤੇ ਜੋ ਗੁਰੂ ਪ੍ਰੇਮ ਆ, ਇਹਨੂੰ ਤੋੜੋ ਪਹਿਲਾਂ। ਜਦੋਂ ਗੁਰੂ ਪ੍ਰੇਮ ਟੁੱਟਿਆ ਤਾਂ ਜਜ਼ਬਾ ਟੁੱਟੂਗਾ, ਫਿਰ ਇਹ ਲੜਨ ਜੋਗੇ ਨਹੀਂ ਰਹਿਣੇ। ਅੱਜ ਜਿਹਦੇ 'ਚ ਗੁਰੂ ਪ੍ਰੇਮ ਆ ਉਹੀ ਬੈਠਾ ਨਾ ਇੱਥੇ, ਜਿਨ੍ਹਾਂ 'ਚ ਗੁਰੂ ਪ੍ਰੇਮ ਨਹੀਂ, ਜਿਹੜੇ ਲੀਡਰ ਬਣਨਾ ਚਾਹੁੰਦੇ ਆ, ਜਿਹੜੇ ਇਹ ਕਹਿੰਦੇ ਆ ਵੀ ਅਸੀਂ ਦੇਖੋ ਠੀਕ ਆ ਕਿਸਾਨੀ ਸੰਘਰਸ਼ ਕਰ ਰਹੇ ਆ ਆਪਾਂ, ਪਰ ਜ਼ਮੀਨਾਂ ਸਾਨੂੰ ਸਾਡੇ ਗੁਰੂ ਤੋਂ ਜ਼ਿਆਦਾ ਪਿਆਰੀਆਂ ਤਾਂ ਨਹੀਂ ਨਾ। ਸਾਡੇ ਗੁਰੂ ਤੇ ਅਸੀਂ ਸਭ ਕੁਝ ਵਾਰਨ ਨੂੰ ਤਿਆਰ ਆ। ਸੋ ਜਦੋਂ ਤੱਕ ਜਿਹੜੇ ਜਾਗਦੀ ਜ਼ਮੀਰ ਵਾਲੇ ਜਾਂ ਗੁਰੂ ਨੂੰ ਪਿਆਰ ਕਰਨ ਵਾਲੇ, ਗੁਰੂ 'ਚ ਭਰੋਸਾ ਰੱਖਣ ਵਾਲੇ ਜਿਹੜੇ ਸਿੱਖ ਆ, ਉਹ ਇਹ ਗੱਲ ਨਹੀਂ ਸਮਝਣਗੇ ਵੀ ਜੇ ਇਹ ਭਰੋਸਾ ਟੁੱਟਿਆ ਤਾਂ ਸਾਡਾ ਜਜ਼ਬਾ ਟੁੱਟੂ ਤੇ ਪੰਜਾਬ ਦਾ ਕਿਰਦਾਰ ਬਦਲ ਦੇਣਾ। ਇਹ ਇਕੱਲੇ ਇੱਕ ਬੰਦੇ ਦਾ ਕਿਰਦਾਰ ਨਹੀਂ, ਓਵਰਆਲ ਕਮਿਊਨਿਟੀ ਦਾ ਕਿਰਦਾਰ ਬਦਲ ਦੇਣਾ। ਇਹ ਇੰਡੀਅਨ ਸਟੇਟ ਦਾ ਪ੍ਰੋਜੈਕਟ ਹੈ। ਇਹਦੇ ਪਿੱਛੇ ਆਪਾਂ ਆਮ ਤੌਰ ਤੇ ਇੱਕ ਭਾਸ਼ਾ ਯੂਜ਼ ਕਰ ਲੈਂਦੇ ਆ, ਏਜੰਸੀਆਂ। ਏਜੰਸੀਆਂ ਕੀ ਹੁੰਦੀਆਂ? ਏਜੰਸੀਆਂ ਵੀ ਇਹ ਜਿਹੜਾ ਇੰਡੀਅਨ ਸਟੇਟ ਆ, ਇਹਦੀ IB ਹੋਵੇ, ਇੱਥੇ ED ਹੋਵੇ, ਇੱਥੇ CBI ਹੋਵੇ, ਇੱਥੇ ਈਵਨ ਕੋਰਟਸ ਹੋਣ, ਪੁਲਿਸ ਡਿਪਾਰਟਮੈਂਟ ਹੋਣ, ਇੱਥੇ ਜਿਹੜੇ SHO SP SSP ਬੈਠੇ ਆ, ਉਹ ਨਹੀਂ ਜ਼ਿੰਮੇਵਾਰ। ਇਹਦੇ ਪਿੱਛੇ ਇੱਕ ਸੋਚ ਚੱਲ ਰਹੀ ਆ, ਲਗਾਤਾਰ ਚੱਲ ਰਹੀ ਆ। ਉਹ ਚੱਲ ਕਿਉਂ ਰਹੀ ਆ? ਕੱਲੀ ਆਰਥਿਕ ਲੜਾਈ ਨਹੀਂ ਹੈ ਸਿੱਖਾਂ ਦੀ। ਸਿੱਖਾਂ ਦੀ ਤਾਂ ਪਛਾਣ ਦਾ ਮਸਲਾ ਬਣ ਗਿਆ। ਸਾਡੀ ਹੋਂਦ ਦੀ ਲੜਾਈ ਲੜੀ ਜਾਂਦੇ ਆ। ਇਹੀ ਲੜਾਈ ਕਿਸਾਨੀ ਸੰਘਰਸ਼ 'ਚ ਲੜੀ ਆਪਾਂ। ਸਾਡੀ ਹੋਂਦ ਤੇ ਹੀ ਆ ਕੇ ਹਮਲਾ ਕਰਦੇ ਆ ਨਾ ਇਹ। ਤੇ ਜੇ ਅਸੀਂ ਹਜੇ ਨਹੀਂ ਸਮਝਦੇ ਵੀ ਸਾਡੀ ਹੋਂਦ ਕਿੱਥੇ ਪਈ ਆ, ਤਾਂ ਫਿਰ ਆਪਦੇ ਇਤਿਹਾਸ ਤੇ ਨਜ਼ਰ ਮਾਰੋ ਥੋੜੀ ਜੀ। ਆਪਦੇ ਇਤਿਹਾਸ ਨੂੰ ਦੇਖੋ, 10ਵੇਂ ਪਾਤਸ਼ਾਹ ਦੇ ਇਤਿਹਾਸ ਨੂੰ ਦੇਖ ਲਓ, ਜਾਂ ਗੁਰੂ ਨਾਨਕ ਸਾਹਿਬ ਤੋਂ 550 ਸਾਲ ਪੁਰਾਣਾ ਸਾਡਾ ਇਤਿਹਾਸ ਪਹਿਲਾਂ ਆਪਾਂ ਦੇਖ ਲਈਏ ਤੇ ਸਾਨੂੰ ਸਮਝ ਆ ਜੂ ਸਾਡੀ ਹੋਂਦ ਕਿੱਥੇ ਪਈ ਆ। ਹੁਣ ਉਸ ਇਤਿਹਾਸ 'ਚ ਆਪਾਂ ਤਾਂ ਅੱਜ ਬੈਠੇ ਆ, ਇੱਥੇ ਵਰਤਮਾਨ 'ਚ ਬੈਠੇ ਆ, ਪਰ ਤੁਸੀਂ ਇਤਿਹਾਸ ਦੀ ਇੱਕ ਗੱਲ ਸਮਝੋ। ਇਹਨੂੰ ਦਲੀਲ ਨਾਲ ਸਮਝੀਦੀਆਂ ਹੁੰਦੀਆਂ ਗੱਲਾਂ। ਇਹਦੇ ਪਿੱਛੇ ਵੀ ਕੋਈ ਨਾ ਕੋਈ ਮਨੋਵਿਗਿਆਨਕ ਸੋਚ ਦੇਈਦੀ ਹੁੰਦੀ ਆ, ਫੇਰ ਗੱਲਾਂ ਸੰਗਤ ਦੇ ਸਮਝ ਆਉਂਦੀਆਂ। ਸਾਡਾ 550 ਸਾਲ ਦਾ ਇਤਿਹਾਸ, ਸਾਡਾ ਵਿਰਸਾ, ਉਹਦੇ 'ਚ ਕੋਈ ਇੰਨਾ ਵੀ ਕੋਈ ਨੁਕਸ ਕੱਢ ਕੇ ਦਿਖਾ ਦੇ। ਇੱਥੇ ਸੰਗਤ ਬੈਠੀ ਆ, ਸਾਡੇ ਇੱਥੇ ਬਾਬਾ ਜੀ ਵਿਦਵਾਨ ਵੀ ਬੈਠੇ ਆ, ਕੋਈ ਸਾਡੇ ਇਤਿਹਾਸ 'ਚ, ਸਾਡੇ ਗੁਰੂਆਂ ਦੇ ਇਤਿਹਾਸ 'ਚ, ਸਾਡੇ ਸਿੰਘ ਸ਼ਹੀਦਾਂ ਦੇ ਇਤਿਹਾਸ 'ਚ ਕੋਈ ਇੰਨਾ ਵੀ ਨੁਕਸ ਕੱਢ ਕੇ ਦਿਖਾ ਦੇ। ਦੁਨੀਆ ਦਾ ਕੋਈ ਸ਼ਖਸ ਕੱਢ ਕੇ ਦਿਖਾ ਦੇ, ਨਹੀਂ ਕੱਢ ਸਕਦੇ। ਕਿਉਂ?
ਜਿਹੜਾ ਪੰਥ ਸਾਜਿਆ ਗਿਆ ਜਦੋਂ 10ਵੇਂ ਪਾਤਸ਼ਾਹ ਨੇ ਇਸੇ ਤਖਤ ਤੋਂ ਇੱਕ ਪੰਥ ਦੀ ਸਾਜਨਾ ਕੀਤੀ ਤਾਂ ਪੰਥ ਤਾਂ ਸਾਜਿਆ ਹੀ ਪਰ ਉਪਕਾਰ ਲਈ ਪ੍ਰਮਾਤਮਾ ਦੇ ਗੁਣ ਅਕਾਲ ਪੁਰਖ ਦੇ ਗੁਣ ਉਹਨਾਂ 'ਚ ਪਾਤੇ। ਹੁਣ ਜਿਹੜੀ ਕੌਮ ਅਕਾਲ ਪੁਰਖ ਦੇ ਗੁਣ ਆਪਦੇ 'ਚ ਲਈ ਫਿਰਦੀ ਹੋਵੇ ਉਹਨਾਂ 'ਚ ਨੁਕਸ ਕਿੱਥੋਂ ਕੱਢ ਲਓਗੇ? ਉਹ ਤਾਂ ਅੰਸ਼ੀ ਬ੍ਰਹਮ ਦਾ, ਉਹ ਤਾਂ ਚੱਲਦੇ ਹੀ ਕਿਤੋਂ ਹੋਰ ਆ। ਸੋ ਜਦੋਂ ਤੁਸੀਂ ਕੋਈ ਨੁਕਸ ਨਹੀਂ ਕੱਢ ਸਕਦੇ, ਇੰਨੀਆਂ ਸ਼ਹਾਦਤਾਂ, ਇਹੋ ਜਿਹਾ ਇਤਿਹਾਸ, ਸਾਡੇ ਗੁਰੂ, ਸਾਡੇ ਰਹਿਬਰ ਆਪਾਂ ਵਾਰ ਗਏ, ਸਾਡੇ ਸਿੰਘ ਸ਼ਹੀਦ ਸਭ ਕੁਝ ਵਾਰ ਗਏ, ਬੰਦ ਕਟਵਾ ਗਏ, ਚਰਖੜੀਆਂ ਤੇ ਚੜ ਗਏ, ਨੇਜਿਆਂ ਤੇ ਚੜ ਗਏ। ਤੁਸੀਂ ਵੇਖੋ ਉਹ ਕਿੱਥੋਂ ਆਇਆ ਸਭ ਕੁਝ, ਉਹ ਜਜ਼ਬਾ ਕਿੱਥੋਂ ਆਇਆ? ਉਹ ਗੁਰੂ 'ਚ ਭਰੋਸੇ 'ਚੋਂ ਆਇਆ। ਜੇ ਗੁਰੂ 'ਚ ਭਰੋਸਾ ਨਹੀਂ ਸੀ, ਇਹ ਇਤਿਹਾਸ ਨਹੀਂ ਕਦੇ ਪੈਦਾ ਕਰ ਸਕਦੇ ਸੀ, ਇਹ ਮਿੱਥ ਨਹੀਂ ਸਿਰਜੇ ਜਾ ਸਕਦੇ ਸੀ। ਸੋ ਉਹੀ ਭਰੋਸਾ ਅੱਜ ਤੋੜ ਰਹੇ ਆ। ਤੁਸੀਂ ਲੜੋਗੇ ਕਿੱਥੋਂ? ਕਿਹੜੀ ਸ਼ਕਤੀ ਤੁਹਾਨੂੰ ਲੜਾ ਦੂ ਜੇ ਗੁਰੂ 'ਚ ਭਰੋਸਾ ਹੀ ਤੋੜਤਾ ਤਾਂ? ਫਿਰ ਜਦੋਂ ਹੁਣ ਪੰਜਾਬ ਬੈਠੇ ਆ, ਇਹ ਗੁਰੂਆਂ ਦੀ ਧਰਤੀ ਤੇ ਬੈਠੇ ਆ, ਤੇ ਜਿਹੜਾ ਇਤਿਹਾਸ ਅਸੀਂ ਸਾਂਭੀ, ਸਾਡੇ ਸਾਹਮਣੇ ਗੁਰੂ ਸਾਹਿਬ ਬੈਠੇ ਹੁੰਦੇ ਆ ਤੇ ਸਾਨੂੰ ਗੁਰੂ 'ਚ ਭਰੋਸਾ, ਉਹਦੇ ਤੇ ਤਾਂ ਅਸੀਂ ਸਭ ਕੁਝ ਵਾਰ ਜਾਂਦੇ ਆ। ਇਹਦੇ ਉੱਤੇ ਤਾਂ ਸਾਡੇ ਲਈ ਕੁਝ ਹੈ ਹੀ ਨਹੀਂ। ਅੱਜ ਸਰਕਾਰਾਂ ਕਰਦੀਆਂ ਕੀ ਆ? ਸਰਕਾਰਾਂ ਨੇ ਇਹ ਗੱਲ ਸਹੀ ਆ, ਜਿਹੜੇ ਹੁਣ ਇੱਥੇ ਸਤਿਕਾਰਯੋਗ ਸਾਡੇ ਬਾਬਾ ਜੀ ਬੋਲ ਰਹੇ ਸੀ ਵੀ ਇਹ 1947 ਦਾ ਨਹੀਂ, ਜਦੋਂ ਤੋਂ ਸਾਡਾ ਰਾਜ ਸਾਡੇ ਹੱਥੋਂ ਗਿਆ, ਇਹ 1851 ਤੋਂ ਬਾਅਦ ਦਾ ਪ੍ਰੋਜੈਕਟ ਆ ਵੀ ਸਿੱਖਾਂ ਨੂੰ ਨਾ ਉੱਠਣ ਦਿਓ। ਸੋ 1851 ਤੋਂ ਜਦੋਂ ਸਾਡੇ ਕੋਲੇ ਸਾਡਾ ਰਾਜ ਨਹੀਂ ਆ, ਅਸੀਂ ਗੁਲਾਮ ਆ। ਪਹਿਲਾਂ ਇਹ ਗੱਲ ਸਮਝੋ, ਗੁਲਾਮਾਂ 'ਚ ਇਹੀ ਕੰਮ ਹੁੰਦਾ। ਗੁਲਾਮਾਂ ਦੇ ਇਸ਼ਟ ਦਾ ਨਿਰਾਦਰ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ, ਗੁਲਾਮਾਂ ਦੇ ਫਲਸਫਿਆਂ ਤੇ ਅਟੈਕ ਹੁੰਦੇ ਆ, ਗੁਲਾਮਾਂ ਦੇ ਸਿਧਾਂਤਾਂ ਤੇ ਅਟੈਕ ਹੁੰਦੇ ਆ, ਉਹਨਾਂ ਦੇ ਰਹਿਬਰਾਂ ਨੂੰ ਕਿਸ ਤਰ੍ਹਾਂ ਪੇਸ਼ ਕੀਤਾ ਜਾਂਦਾ, ਸਾਡੇ ਇਤਿਹਾਸ ਨੂੰ ਕਿਵੇਂ ਤੋੜਿਆ ਮਰੋੜਿਆ ਜਾਂਦਾ। ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਗੱਲ ਕਰਦੇ ਆ, ਉਹਨਾਂ ਨੇ ਤਾਂ ਪ੍ਰਬੰਧ ਕਰਨੇ ਆ। ਸਭ ਤੋਂ ਵੱਡਾ ਪ੍ਰਬੰਧ ਤਾਂ ਗੁਰੂ ਸਾਹਿਬ ਦਾ ਕੋਈ ਨਿਰਾਦਰ ਕਰੇ, ਉੱਥੇ ਹੋਣਾ ਚਾਹੀਦਾ ਨਾ। ਤੇ ਜੇ ਪ੍ਰਬੰਧ ਹੀ ਨਹੀਂ ਕਰ ਸਕਦੇ ਤਾਂ ਫਿਰ ਛੱਡ ਕੇ ਪਾਸੇ ਹੋ ਜਾਣ। ਔਰ ਇੱਕ ਹੋਰ ਬਹੁਤ ਵੱਡੀ ਅਸੀਂ ਗਲਤੀ ਕਰ ਜਾਂਦੇ ਆ, ਹਮੇਸ਼ਾ ਕਰਦੇ ਰਹਿੰਦੇ ਆ। ਸਾਨੂੰ ਸਾਡੀ ਡਿਪੈਂਡੈਂਸੀ ਘਟਾਉਣੀ ਪਊਗੀ ਪੁਲਿਸ ਤੋਂ ਵੀ, ਪੰਜਾਬ ਗਵਰਨਮੈਂਟ ਤੋਂ ਵੀ ਤੇ ਇੰਡੀਅਨ ਗਵਰਨਮੈਂਟ ਤੋਂ ਵੀ। ਜੇ ਅਸੀਂ ਉਹਨਾਂ ਤੇ ਡਿਪੈਂਡ ਰਹਾਂਗੇ, ਇਹ ਘਟਨਾਵਾਂ ਹੁੰਦੀਆਂ ਰਹਿਣਗੀਆਂ। ਆਉਣ ਵਾਲੀਆਂ ਸਾਡੇ ਵਰਗੇ ਜਿਹੜੇ ਆ ਜਾਂ ਆਉਣ ਵਾਲੀਆਂ ਨਸਲਾਂ ਸਮਝਣਗੀਆਂ ਜਿਵੇਂ ਈਸਾਈਆਂ 'ਚ ਇਹੀ ਗੱਲ ਹੋਣ ਲੱਗ ਗਈ। ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ, ਉਹਨਾਂ ਦੇ ਇਸ਼ਟ ਦੀ ਕੋਈ ਬੇਅਦਬੀ ਹੁੰਦੀ ਆ ਉਹਨਾਂ ਨੂੰ, ਕਿਉਂਕਿ ਕਿਸੇ ਵੇਲੇ ਬਹੁਤ ਵੱਡਾ ਫਰਕ ਪੈਂਦਾ ਸੀ। ਕਿਸੇ ਵੇਲੇ ਚਰਚ ਜਾਂ ਪੋਪ ਆ ਜਿਹੜਾ ਵੈਟੀਕਨ 'ਚ ਬੈਠਾ, ਉਹ ਬਹੁਤ ਵੱਡੀ ਇਸ ਗੱਲ ਤੇ ਉਹਨਾਂ ਦਾ ਵੀ ਚਿੰਤਨ ਹੁੰਦਾ ਸੀ ਵੀ ਸਾਡੇ ਬਾਈਬਲ ਦੀ ਬੇਅਦਬੀ ਹੁੰਦੀ ਆ। ਅੱਜ ਖੜੇ ਕਿੱਥੇ ਆ? ਅੱਜ ਫਿਲਮਾਂ 'ਚ, ਅੱਜ ਕਿਸੇ ਹੋਰ ਪਲੇਟਫਾਰਮ ਦੇ ਥਰੂ ਉਹਨਾਂ ਦੇ ਬਾਈਬਲ ਦੀ ਬੇਅਦਬੀ ਹੋਵੇ ਨਾ ਹੋਵੇ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੇ ਅਸੀਂ ਉੱਥੇ ਜਾ ਕੇ ਖੜ ਗਏ ਫਿਰ ਤਾਂ ਰੁਲ ਗਏ। ਫਿਰ ਕਿੱਥੋਂ ਰਹਿ ਗਈ ਸਾਡੀ ਹੋਂਦ? ਕਿੱਥੋਂ ਰਹਿ ਗਿਆ ਸਾਡੇ ਕੋਲੇ ਗੁਰੂ 'ਚ ਭਰੋਸਾ? ਤੇ ਜੇ ਗੁਰੂ 'ਚ ਭਰੋਸਾ ਨਹੀਂ ਆ, ਆਪਦਾ ਕਿਰਦਾਰ ਸਾਡੇ ਕਿਰਦਾਰ ਬਦਲੇ ਜਾਣਗੇ ਤੇ ਫਿਰ ਅਸੀਂ ਯਾਦ ਕਰਿਆ ਕਰਾਂਗੇ ਵੀ ਸਿੱਖ ਆਹ ਗੁਰੂ ਦਾ ਸਿੱਖ ਹੁੰਦਾ ਸੀ। ਜਿੱਥੋਂ ਕਿਤੇ ਲੰਘਦਾ ਸੀ ਲੋਕ ਪੁੱਛਦੇ ਸੀ ਵੀ ਇਹ ਕਿਹੜਾ, ਕੌਣ ਇਨਸਾਨ ਆ, ਕਿਹਨਾਂ ਨੇ ਸਾਜਿਆ ਇਹਨਾਂ ਨੂੰ। ਤੇ ਇਹ ਗੱਲਾਂ ਜੇ ਅਸੀਂ ਇਹ ਸਮਝਦੇ ਹਾਂ ਵੀ ਅਸੀਂ ਇਹ ਹਿੰਦੁਸਤਾਨ ਦੀ ਸਰਕਾਰ ਜਾਂ ਪੰਜਾਬ ਸਰਕਾਰ ਜਾਂ ਕੋਈ ਪੁਲਿਸ ਡਿਪਾਰਟਮੈਂਟ ਸਾਨੂੰ ਕੋਈ ਨਿਆਂ ਦੇ ਦੂਗਾ, ਭੁੱਲ ਜਾਓ। ਇਹਨਾਂ ਨੇ ਕਿਸੇ ਨੇ ਨਿਆਂ ਨਹੀਂ ਦੇਣਾ। ਇਹਦਾ ਸਾਡੇ ਖਾਲਿਸਤਾਨ ਦੀ ਫੌਜ ਤਿਆਰ ਕਰਨੀ ਪਊਗੀ। ਓਏ ਇੱਕ ਮਿੰਟ ਯਾਰ, ਬਾਈ ਬੱਸ ਕਰ, ਬਾਈ ਬੱਸ ਕਰ, ਬਾਈ ਬੱਸ ਕਰ, ਰਹਿ ਜਾ। ਦੇਖੋ ਗੱਲ ਜਿਹੜੀ ਤੁਸੀਂ ਕਰ ਰਹੇ ਹੋ ਨਾ, ਇਹ ਤਾਂ ਗੁਰੂ, ਅਸੀਂ ਬੈਠੇ ਇੱਥੇ ਆ, ਇਹ ਤਾਂ ਗੁਰੂ ਦਾ ਹੁਕਮ ਆ। ਗੁਰੂ ਨੇ ਆਉਣਾ ਹੀ ਆਉਣਾ, ਖਾਲਸੇ ਦਾ ਰਾਜ ਵੀ ਹੋਣਾ ਹੀ ਹੋਣਾ। ਪਹਿਲੀ ਇਹ ਗੱਲ ਤਾਂ ਸਮਝੀਏ ਵੀ ਅਸੀਂ ਗੁਲਾਮ ਆ, ਅਸੀਂ ਬੈਠੇ ਗੁਲਾਮੀ 'ਚ ਆ। ਅਸੀਂ ਨਸ਼ਿਆਂ ਨਾਲ ਜੂਝੀ ਜਾਂਦੇ ਆ, ਸਾਡੇ ਤੇ ਨਿਤ ਨਵੇਂ ਕਾਨੂੰਨ ਪੈਦਾ ਕਰ ਦਿੱਤੇ ਜਾਂਦੇ ਆ। ਸਾਡੇ ਇਸ਼ਟ ਦਾ ਨਿਰਾਦਰ ਹੁੰਦਾ, ਸਾਡੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਚੋਰੀ ਹੋ ਜਾਂਦੇ ਆ। ਆਪਾਂ ਕਿੰਨੀਆਂ ਕੁ ਗੱਲਾਂ ਨਾਲ ਨਿਪਟੀਏ, ਪਰ ਪੰਥ ਨੂੰ ਜਿਵੇਂ ਬਾਬਾ ਜੀ ਨੇ ਹੁਣ ਕਿਹਾ ਸੀ, ਇਕੱਠੇ ਹੋ ਕੇ ਸਿਰ ਜੋੜ ਕੇ ਬੈਠਣਾ ਪਊਗਾ ਤੇ ਮਸਲਿਆਂ ਨਾਲ ਨਜਿੱਠਣਾ ਪਊਗਾ। ਔਰ ਇੱਕ ਗੱਲ ਸਮਝਣੀ ਪਊ, ਜਦੋਂ ਤੱਕ ਅਸੀਂ ਆਹ ਗੁਲਾਮੀ, ਕਿਉਂ ਸੰਤਾਂ ਨੂੰ ਇਹ ਗੱਲ ਸਮਝ ਆ ਗਈ ਸੀ
ਆਪਾਂ ਸੰਤ ਜਰਨੈਲ ਸਿੰਘ ਭਿੰਡਰਾਣਾ ਦੀ ਗੱਲ ਕਰਦੇ ਆ। ਉਹ ਕਹਿੰਦੇ ਹੁੰਦੇ ਸੀ ਜਦੋਂ ਕਿਤੇ ਸਾਡੀ ਧੀ ਭੈਣ ਦਾ ਕੋਈ ਨਿਰਾਦਰ ਕਰਦਾ, ਇੱਥੇ ਤਾਂ ਗੁਰੂ ਦਾ ਨਿਰਾਦਰ ਆ, ਤੇ ਸੌਦਾ ਲਾ ਕੇ ਮੇਰੇ ਕੋਲੇ ਆ ਜਾਓ ਤੇ ਮੈਂ ਸਾਂਭ ਲੂੰਗਾ। ਕੋਈ ਹੈਗਾ ਸਾਡੇ ਕੋਲੇ ਇਹੋ ਜਿਹਾ ਬੰਦਾ ਅੱਜ ਇਹ ਗੱਲ ਕਹਿਣ ਵਾਲਾ? ਉਹ ਯਾਰ ਬਹਿ ਜਾ ਵੀਰ ਮੇਰੇ ਸੋ ਦੇਖੋ ਇੱਕ ਜਿਹੜੀ ਕੋਈ ਨਹੀਂ ਭਾਈ ਇਹੀ ਜਜ਼ਬਾ ਚਾਹੀਦਾ ਹੁਣ। ਆਹੋ ਜਾਂ ਤਾਂ ਮਾਰ ਕੇ ਇੱਕ ਗੱਲ ਨੂੰ ਹੋਰ ਆਪਾਂ ਸਮਝੀਏ। ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਟਕਸਾਲ ਦੇ ਮੁਖੀ, ਟਕਸਾਲ ਜਿਹੜੀ 10ਵੇਂ ਪਾਤਸ਼ਾਹ ਨੇ ਸ਼ੁਰੂ ਕੀਤੀ, ਬਾਬਾ ਦੀਪ ਸਿੰਘ ਜੀ ਉਹਦੇ ਪਹਿਲੇ ਮੁਖੀ ਥਾਪੇ ਗਏ, ਤੇ ਉਹਦੀ ਇੱਕ ਰਵਾਇਤ ਸੀ। ਰਵਾਇਤ ਇਹ ਸੀ ਵੀ ਜਦੋਂ ਵੀ ਕੋਈ ਮੁਖੀ ਅਕਾਲ ਚਲਾਣਾ ਕਰਦੇ ਸੀ ਤੇ ਉਹ ਅਗਲਾ ਮੁਖੀ ਥਾਪ ਕੇ ਜਾਂਦੇ ਸੀ। ਸੰਤਾਂ ਨੇ ਇਹ ਗੱਲ ਵੀ ਨਹੀਂ ਕਦੇ ਕੀਤੀ, ਕਿਉਂਕਿ ਉਹਨਾਂ ਨੂੰ ਪਤਾ ਉਸ ਸਮੇਂ ਲੱਗ ਗਿਆ ਸੀ ਵੀ ਲੜਾਈ ਆ ਜਿਹੜੀ ਹੁਣ ਟਕਸਾਲਾਂ ਦੀ, ਸੰਪਰਦਾਵਾਂ ਦੀ, ਸੰਸਥਾਵਾਂ ਦੀ ਨਹੀਂ ਆ, ਇਹ ਤਾਂ ਪੰਥ ਦੀ ਲੜਾਈ ਆ। ਤੇ ਪੰਥ ਜਦੋਂ ਤੱਕ ਇਕੱਠੇ ਹੋ ਕੇ ਇਸ ਲੜਾਈ ਨੂੰ ਨਹੀਂ ਲੜੂਗਾ, ਉਦੋਂ ਤੱਕ ਅਸੀਂ ਇਹਨਾਂ ਮਸਲਿਆਂ ਨਾਲ ਹੀ ਜੂਝਦੇ ਰਹਾਂਗੇ, ਇੱਕ ਦੂਜੇ ਨੂੰ ਖਿੱਚਦੇ ਰਹਾਂਗੇ, ਇੱਕ ਦੂਜੇ ਦੀਆਂ ਲੱਤਾਂ ਖਿੱਚਦੇ ਰਹਾਂਗੇ। ਅੱਜ ਇੱਕ ਵਾਰੀ ਤਾਂ ਪੰਥ ਨੂੰ ਇਕੱਠੇ ਹੋਣਾ ਪਊ। ਇਦੋਂ ਵੱਡਾ ਮੌਕਾ ਸਾਡੇ ਕੋਲੇ ਕੀ ਹੋ ਸਕਦਾ? ਜਿੱਥੋਂ ਖਾਲਸਾ ਪੰਥ ਦੀ ਸਾਜਨਾ ਹੋਈ ਆ, ਤੁਸੀਂ ਵੇਖੋ ਉੱਥੇ ਆ ਕੇ ਕੋਈ ਨਰਾਦਰ ਕਰਦਾ, ਬੀੜੀ ਲਾਉਂਦਾ। ਯਾਰ ਆਪਾਂ ਇਦੋਂ ਵੱਧ, ਅੱਜ ਮੈਂ ਅੰਦਰ ਨਤਮਸਤਕ ਹੋ ਰਿਹਾ ਸੀ ਗੁਰੂ ਸਾਹਿਬ ਨੂੰ, ਤੇ ਇੱਕੋ ਹੀ ਗੱਲ ਨਿਕਲ ਰਹੀ ਸੀ ਵੀ ਮਾਫੀ ਦਿਓ ਗੁਰੂ ਸਾਹਿਬ, ਅਸੀਂ ਤੁਹਾਡੀ ਰੱਖਿਆ ਵੀ ਕਰ ਸਕੀਏ ਇਸ ਕਾਬਲ ਨਹੀਂ ਰਹੇ। ਯਾਰ ਇਸੇ ਕਾਬਲ ਵੀ ਨਹੀਂ ਰਹੇ ਆਪਾਂ, ਫਿਰ ਕਾਹਦੇ ਕੰਮ, ਕਾਹਦੇ ਪਰਿਵਾਰ, ਤੇ ਕਿਹੜੇ ਸਾਨੂੰ ਆ ਜ਼ਮੀਨਾਂ, ਤੇ ਕਿਹੜੇ ਸੰਘਰਸ਼? ਫਿਰ ਇੱਥੇ ਆ ਕੇ ਤਾਂ ਸਾਰੇ ਸੰਘਰਸ਼ ਖਤਮ ਹੋ ਜਾਂਦੇ ਆ ਨਾ। ਇਹਦੇ ਉੱਤੇ ਸਾਡੇ ਕੋਲੇ ਬਚਿਆ ਕੀ ਆ ਫਿਰ ਜਾਂ ਤਾਂ ਅਸੀਂ ਇਹ ਕਹਿ ਦਈਏ ਵੀ ਅਸੀਂ ਬਾਈ ਜੀ ਸਿੱਖ ਨਹੀਂ ਆ, ਗੁਰੂ ਦੇ ਸਿੱਖ ਨਹੀਂ ਆ, ਬਦਾਵਾ ਦੇ ਜੀਏ। ਤੇ ਜੇ ਬਦਾਵਾ ਲਿਖ ਕੇ ਜਾਣਾ ਗੁਰੂ ਨੂੰ, ਤਾਂ ਫਿਰ ਇੱਥੇ ਬਾਈ ਸਾਰਿਆਂ ਕੋਲੇ ਆਪਦੀ ਉਹ ਗੁਰੂ ਨੇ ਤਾਂ ਖੁੱਲ੍ਹ ਦਿੱਤੀ ਆ। ਗੁਰੂ ਨੇ ਤਾਂ ਉਹ ਆਪਾਂ ਹਜ਼ੂਰ ਸਾਹਿਬ ਜਾ ਵੜੀਏ, ਕਹਿੰਦਾ ਮੈਂ ਅੱਠਾਂ ਜਨਮਾਂ ਤੱਕ ਤੇਰਾ ਸਾਥ ਨਹੀਂ ਛੱਡੂੰਗਾ। ਸਿੱਖ ਜਿੰਨਾ ਮਰਜੀ ਗਰਕ ਜੇ, ਅੱਠਾਂ ਤੇਰੇ ਜਨਮਾਂ ਤੱਕ ਗੁਰੂ ਤੇਰੇ ਨਾਲ ਰਹੂਗਾ, ਉਦੋਂ ਬਾਅਦ ਫਿਰ ਤੂੰ ਆਪਦਾ ਆਪ ਦੇਖੀ। ਹੁਣ ਜੇ ਗੁਰੂ 8 ਜਨਮਾਂ ਤੱਕ ਸਾਡੇ ਨਾਲ ਆ, ਅਸੀਂ ਇਸ ਜਨਮ 'ਚ ਹੀ ਉਹਦੇ ਤੋਂ ਬੇਮੁਖ ਹੋਏ ਫਿਰਦੇ ਆ ਯਾਰ। ਸੋ ਅਸਲ ਗੱਲ ਤੇ ਨਹੀਂ ਆਵਾਂਗੇ ਜੇ ਇਹ ਗੱਲ ਚੱਲ ਕਿੱਥੋਂ ਰਹੀ ਆ। ਇਹ ਇੱਕ ਨੇਸ਼ਨ ਸਟੇਟ ਆ ਜਿਹੜੀ, ਇਹ ਉਹਦਾ ਪ੍ਰੋਜੈਕਟ ਆ। ਅਸੀਂ ਫਿਰ ਉਹੀ ਕੰਮ ਕਰਦੇ ਆ, ਕੋਈ ਬੰਦਾ ਫੜ ਲਿਆ ਜਾਂਦਾ ਵੀ ਇਹਨੇ ਬੇਅਦਬੀ ਕੀਤੀ ਆ, ਉਹ ਫੜ ਕੇ ਅਸੀਂ ਪੁਲਿਸ ਨੂੰ ਦੇ ਦਿੰਦੇ ਆ। ਪੁਲਿਸ ਉਹਦਾ ਸਾਨੂੰ ਨਿਆਂ ਨਹੀਂ ਦਿੰਦੀ, ਉਹਨੂੰ ਪ੍ਰੋਟੈਕਸ਼ਨ ਦੇ ਦਿੰਦੀ ਆ, ਤੇ ਮੁੜ ਕੇ ਅਸੀਂ ਸਿਰ ਜੋੜ ਕੇ ਆਪਾਂ ਬੈਠ ਜਾਂਦੇ ਆ। ਤੇ ਪੰਥ ਨੂੰ ਇਕੱਠੇ ਹੋ ਕੇ ਇਹਦਾ ਰਾਹ ਲੱਭਣਾ ਪਊਗਾ, ਔਰ ਪੰਥ ਨੂੰ ਇੱਕ ਹੋਰ ਹੁਕਮਨਾਮਾ ਜਾਰੀ ਕਰਨਾ ਪਊ ਵੀ 2 ਸਿੰਘ ਤਿਆਰ ਬਰ ਤਿਆਰ। ਸਾਨੂੰ ਕਿਸੇ ਟ੍ਰੇਨਿੰਗ ਦੀ ਜ਼ਰੂਰਤ ਨਹੀਂ, ਸਾਨੂੰ ਪਤਾ ਗੁਰੂ ਦਾ ਥਾਪੜਾ ਹੋਵੇ, ਕਿਸੇ ਦੀ ਟ੍ਰੇਨਿੰਗ ਦੀ ਜ਼ਰੂਰਤ ਹੈਗੀ ਆ। ਗੁਰੂ ਸਾਹਿਬ ਦੇ ਪੈਰੇ ਤੇ ਰਹਿਣਗੇ। ਤੇ ਜਿਹੜਾ ਪਿੰਡ ਰਾਖੀ ਨਹੀਂ ਕਰ ਸਕਦਾ, ਉਹ ਪਿੰਡ ਗੁਰੂ ਗ੍ਰੰਥ ਸਾਹਿਬ ਨੂੰ ਅਰਦਾਸ ਕਰਕੇ ਤੇ ਵਾਪਸ ਦਰਬਾਰ ਸਾਹਿਬ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਉੱਥੇ ਪਹੁੰਚਾ ਦੇ। ਬਿਲਕੁਲ ਹਨਾ ਸਾਨੂੰ ਹਾਂਜੀ। ਤੋ ਇਸ ਕਰਕੇ ਬਾਈ ਜੀ ਗੱਲ ਬਹੁਤ ਵੱਡੀ ਆ, ਪੰਥ ਨੂੰ ਇਕੱਠੇ ਹੋਣਾ ਪਊ। ਮੇਰੀ ਤਾਂ ਕੋਈ ਪੰਥਕ ਸ਼ਖਸੀਅਤ ਨਹੀਂ ਆ, ਨਾ ਹੀ ਮੈਂ ਪੰਥਕ ਰਿਪਰੈਜ਼ੈਂਟੇਸ਼ਨ, ਪਰ ਇਹ ਜ਼ਰੂਰ ਆ ਵੀ ਗੁਰੂ ਦਾ ਸਿੱਖ ਤਾਂ ਕਹਿ ਸਕਦੇ ਆ ਆਪਦੇ ਆਪ ਨੂੰ ਆਪਾਂ। ਸੋ ਇਹ ਵੀ ਜ਼ਰੂਰ ਆ, ਜੇ ਗੁਰੂ ਦੀ ਮਿਹਰ ਪਾਪੀਆਂ ਤੇ ਹੀ ਹੋ ਜਾਂਦੀ ਆ, ਉਹ ਪਾਪੀ ਆ ਜਿਹਦੇ ਤੇ ਮਾੜੀ ਮੋਟੀ ਸੋਝੀ ਆ ਗਈ, ਗੁਰੂ ਨੇ ਹੁਕਮ ਲਾਤਾ ਵੀ ਜਾਓ ਇਕੱਠੇ ਹੋ ਕੇ ਗੱਲਾਂ ਬਾਤਾਂ ਕਰੀਏ, ਕੋਈ ਸਿਰ ਜੋੜ ਕੇ ਬੈਠੀਏ ਤੇ ਕੋਈ ਰਾਹ ਆਪਦਾ ਤਲਾਸ਼ੀਏ। ਜਦੋਂ ਤੱਕ ਅਸੀਂ ਆਪਦਾ ਰਾਹ ਆਪ ਨਹੀਂ ਤਲਾਸ਼ਾਂਗੇ ਨਾ, ਇਹਨਾਂ ਨੇ ਸਾਨੂੰ ਕੋਈ ਨਿਆਂ ਨਹੀਂ ਦੇਣਾ। ਤੇ ਨਿਆਂ ਵੀ ਮਿਲਣਗੇ ਜਿੱਦੇ ਪੰਥ ਖੜਾ ਹੋ ਗਿਆ। ਇਸ ਪੰਥ ਦੇ ਅੱਗੇ ਕੋਈ ਟਿਕ ਵੀ ਨਹੀਂ ਸਕਦਾ। ਜਿਹੜੇ ਤੁਰ ਸਕਦੇ ਆ ਉਹਦਾ ਆਸਰਾ ਲਈ ਜਾਣ ਵੀ ਅਸੀਂ ਫਲਾਣੇ ਥਾਂ ਤੇ ਨਿਆਂ ਲੈ ਲਾਂਗੇ, ਜਾ ਕੇ ਉੱਥੇ ਲੈ ਲਾਂਗੇ। ਨਿਆਂ ਕਿਤੇ ਨਹੀਂ ਮਿਲਣਾ, ਨਿਆਂ ਗੁਰੂ ਨੇ ਆਪ ਹੀ ਦੇਣਾ। ਉਦੋਂ ਦੇਣਾ ਜਿੱਦੇ ਅਸੀਂ ਤਿਆਰ ਬਰ ਤਿਆਰ ਹੋ ਗਏ ਤੇ ਜਿੱਦੇ ਅਸੀਂ ਇੱਕ ਹੋ ਗਏ। ਇਹ ਤਾਂ ਇਹ ਸਮਝ ਲਓ ਗੁਰੂ ਸਾਡੇ ਤੋਂ ਰੁੱਸਿਆ ਹੋਇਆ, ਸਾਡੇ ਤੇ ਗੁਰੂ ਦੀ ਕਿਰਪਾ
ਸੋ ਗੱਲਾਂ ਕੱਲੀਆਂ ਅਕਾਲੀ ਜਾਂ ਕੈਪਟਨਾਂ ਤੱਕ ਸੀਮਤ ਨਹੀਂ ਆ, ਕੱਲੀਆਂ ਗੱਲਾਂ ਬੀਜੇਪੀ ਤੱਕ ਸੀਮਤ ਨਹੀਂ ਆ। ਇਹਦਾ ਬਾਲੀ ਡੂੰਘੀ ਮਾਰ ਮਾਰੀ ਜਾਂਦੇ ਆ ਸਾਨੂੰ, ਉਦੋਂ ਪਿੱਛੋਂ ਚੱਲਦੀਆਂ। ਇਹ ਕੱਲ ਨੂੰ ਬੀਜੇਪੀ ਬਦਲ ਜਾਣੀ ਆ, ਕੱਲ ਨੂੰ ਕੋਈ ਹੋਰ ਸਰਕਾਰ ਆ ਜੇ, ਸਾਡੇ ਨਾਲ ਵਤੀਰਾ ਨਹੀਂ ਬਦਲਣਾ। ਔਰ ਸਾਡੇ ਕੋਲੇ ਆਪਾਂ ਕਹਿੰਦੇ ਆ ਵੀ ਖੱਡੇ ਦੀ ਧਾਰ ਚੋਂ ਨਿਕਲਿਆ ਪੰਥ, ਫਿਰ ਤੁਸੀਂ ਕਿੱਥੋਂ ਟਿਕ ਕੇ ਬਹਿ ਜਾਓਗੇ? ਫਿਰ ਜੇ ਤੁਸੀਂ ਆਪਦੇ ਆਪ ਨੂੰ ਇਹ ਕਹਿੰਦੇ ਹੋ ਵੀ ਅਸੀਂ ਤਾਂ ਖੰਡੇ ਦੀ ਧਾਰ ਚੋਂ ਨਿਕਲੇ ਆ, ਫਿਰ ਕਿੱਥੋਂ ਟਿਕ ਕੇ ਬਹਿ ਜਾਓਗੇ? ਤੁਹਾਡਾ ਜਨਮ ਕਿਸੇ ਮੰਤਰ ਪੜ੍ਹ ਕੇ ਥੋੜੀ ਹੋਇਆ, ਤੁਹਾਡਾ ਤਾਂ ਜਨਮ ਖੰਡੇ ਦੀ ਧਾਰ ਚੋਂ ਹੋਇਆ। ਫਿਰ ਤੁਸੀਂ ਆਪਦੇ ਕਿਰਦਾਰ 'ਚ ਤਾਂ ਵਾਪਸ ਜਾਓ। ਜਿੱਦੇ ਕਿਰਦਾਰ 'ਚ ਵਾਪਸ ਜਾ ਕੇ ਆਪਦੇ ਇਤਿਹਾਸ ਵੱਲ ਵੇਖਿਆ, ਸਾਨੂੰ ਸਾਡੇ ਜਵਾਬ ਆਪੇ ਹੀ ਮਿਲ ਜਾਣੇ ਆ। ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ। ਸੋ ਬਾਕੀ ਇਹ ਤਾਂ ਚਲੋ ਗੱਲਾਂ ਖੜੀਆਂ, ਆਪਾਂ ਖੜੇ ਹੋ ਕੇ ਚਾਰ ਗੱਲਾਂ ਕਰ ਲਈਆਂ। ਬਾਕੀ ਹੋਰ ਬਹੁਤ ਗੱਲਾਂ ਜਿਨ੍ਹਾਂ ਤੇ ਚਿੰਤਨ ਸਾਨੂੰ ਕਰਨਾ ਚਾਹੀਦਾ। ਨਹੀਂ ਦੇਖੋ, ਸਰਕਾਰ ਇੱਕ ਨੂੰ ਫੜ ਕੇ ਲੈ ਜੂਗੀ। ਆ ਬੈਠੇ ਹੋ ਤੁਸੀਂ ਜਿਹੜੇ, ਇਹ ਚਿਣਕ ਜਿਹੜੀ ਦੇਖੋ, ਜਿਹੜੀ ਚਿਣਕ ਗੁਰੂ ਸਾਹਿਬ ਅੰਦਰ ਲਾ ਗਏ ਨਾ, ਜਿਹੜੀ ਤਾਂ ਜ਼ਮੀਰ ਜਾਗਦੀ ਆ, ਉਹ ਸੋਚ ਤਾਂ ਭਾਈ ਦੇਖੋ, ਇਹ ਰਾਹ ਨਾ ਤਾਂ ਇਹ ਕੋਣ ਬੈਠਾ ਬਾਬਾ ਜੀ, ਬੜਾਓ ਯਾਰ ਇਹਨਾਂ ਨੂੰ ਬਾਬਾ ਜੀ, ਬਾਬਾ ਜੀ ਬਹਿ ਜਾਓ 2 ਮਿੰਟ, ਉਹ ਵਿਚਾਰ ਪੂਰੀ ਕਰੋ ਬਾਬਾ, ਵਿਚਾਰ ਪੂਰੀ ਹੋ ਲੈਂਦੇ। ਕੱਲ ਇੱਥੇ ਐਡੀ ਘੱਟ ਸੀਗਾ ਜੀ। ਬਾਬਾ ਬਹਿ ਜਾ ਯਾਰ, ਵੀ ਆਪਾਂ ਕਚਹਿਰੀਆਂ 'ਚ ਜਾਣਾ, ਵੀ ਉੱਥੇ ਗੋਲੀ ਨਹੀਂ ਚੱਲ ਸਕਦੀ, ਉਹ ਸਾਡੇ ਨਾਲ ਤੁਰਿਓ। ਵੀ ਜਿਹਨੂੰ ਆਪਣੀ ਜਾਨ ਨਹੀਂ ਪਿਆਰੀ, ਕੇਵਲ ਤੇ ਕੇਵਲ 35 ਜਾਂ 40 ਸਿੰਘ ਰਹਿ ਗਏ, ਬਾਕੀ ਕੋਈ ਨਹੀਂ ਉੱਥੇ ਗਿਆ। ਇੱਥੇ ਗੱਲਾਂ ਬੜੀਆਂ ਮਾਰਦੇ ਨੇ। ਮੈਂ ਵੀਰ ਨੂੰ ਕਹਿੰਦਾ ਵੀ ਕਰੇ ਆਪਣੀ ਗੱਲ ਹੋਈ ਨਾ। ਦੇਖੋ ਗੱਲ ਆਏ ਆ, ਗੱਲ ਆਏ ਆ, ਇਹ ਰਾਹ ਜਿਹੜਾ ਨਾ, ਇਹ ਨਾ ਤਾਂ ਰਾਹ ਮੇਰਾ ਨਾ ਤੁਹਾਡਾ, ਇਹ ਰਾਹ ਤਾਂ ਗੁਰੂ ਦਾ। ਇੱਥੇ ਮਿਲਣਾ ਕਿਸੇ ਨੂੰ ਕੁਛ ਨਹੀਂ। ਕੋਈ ਇਹ ਸੋਚੇ ਵੀ ਜਥੇਦਾਰੀਆਂ, ਪ੍ਰਧਾਨਗੀਆਂ ਜਾਂ ਨੇਤਾ ਬਣ ਜਾਾਂਗੇ। ਇਹ ਤਾਂ ਵਾਕਈ ਗੱਲ ਇਹ ਆ, ਬਾਬਾ ਜੀ ਜਿਹੜੀ ਗੱਲ ਕਹਿੰਦੇ ਆ, ਬਾਬਾ ਜੀ 40 ਸੀ ਨਾ ਜਿਹੜੇ, ਉਹ ਬਸ ਗੁਰੂ ਸਾਹਿਬ, ਜਦ ਗੁਰੂ ਸਾਹਿਬ ਨਾਲ ਵੀ 40 ਕੜੀ 'ਚ ਸੀ ਤੇ ਤੁਹਾਡੇ ਨਾਲ 40 ਤੁਰ ਪਏ, ਫਿਰ ਤਾਂ ਕਿਰਪਾ, ਫਿਰ ਤਾਂ ਤੁਸੀਂ ਇਹ ਸੋਚੋ ਬਹੁਤ ਵੱਡੀ ਕਿਰਪਾ। ਸੋ ਇਹ ਰੋਸ ਨਹੀਂ ਆ, ਤੁਸੀਂ 40 ਨੂੰ ਲੈ ਕੇ ਹੀ ਤੁਰ ਪੋ। ਤੁਸੀਂ ਵੇਖਿਓ ਤਾਂ ਸਹੀ ਹੁੰਦਾ ਕੀ ਆ, ਹਨਾ। ਇੱਕ ਕਿਸਾਨੀ ਸੰਘਰਸ਼ 'ਚ ਇੱਕ ਨਵਰੀਤ ਦੀ ਸ਼ਹਾਦਤ ਨੇ ਸਾਰਾ ਸੰਘਰਸ਼ ਹਲਾਤਾ ਸੀ। ਬਾਕੀ ਜਿਹੜੇ ਉੱਥੇ ਬੈਠੇ ਮਰੀ ਜਾਂਦੇ ਆ, ਉਹਨਾਂ ਨੂੰ ਸ਼ਹੀਦੀ ਦਾ ਦਰਜਾ ਦੇਈ ਜਾਂਦੇ ਆ। ਦੱਸੋ, ਜਿਹੜਾ ਕੋਈ ਬਿਮਾਰੀ ਨਾਲ ਮਰ ਗਿਆ, ਜਿਹੜਾ ਕੋਈ ਉੱਥੇ ਬੈਠਾ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ, ਉਹ ਸ਼ਹੀਦ ਕਿਵੇਂ ਹੋ ਗਿਆ? ਸ਼ਹੀਦ ਦੀ ਪਰਿਭਾਸ਼ਾ ਤਾਂ ਸਾਨੂੰ ਪਤਾ ਨਾ। ਇੱਕ ਨਵਰੀਤ ਦੀ ਸ਼ਹਾਦਤ ਨੇ ਸਭ ਕੁਝ ਹਲਾਤਾ ਸੀ, ਤੇ ਜੇ 40 ਲੈ ਕੇ ਤੁਸੀਂ ਸ਼ਹਾਦਤ ਜਜ਼ਬਾ ਰੱਖਣ ਵਾਲੇ ਤੁਰ ਪਏ, ਉਹਨਾਂ ਨੇ ਤਾਂ ਕੀ ਕੁਝ ਹਿਲਾ ਦੇਣਾ। ਤੁਸੀਂ ਸੋਚੋ ਤਾਂ ਸਹੀ ਇਸ ਗੱਲ ਨੂੰ। ਸੋ ਜਿਹੜੇ ਬੈਠੇ ਕਿਸਾਨੀ ਸੰਘਰਸ਼ 'ਚ ਕੋਈ ਮਰੀ ਜਾਂਦਾ, ਉਹ ਸ਼ਹਾਦਤ ਦਾ ਕੀ ਮੁੱਲ ਆ ਬਈ? ਨਹੀਂ, ਇੱਕ ਮਿੰਟ ਸੁਣੋ ਠੀਕ ਆ ਗੱਲ ਤਾਂ ਭਾਈ ਜੀ, ਗੱਲ ਸੁਣੋ ਗੱਲ ਗੱਲ ਸੁਣ ਲੈ ਯਾਰ ਬਾਈ, ਗੱਲ ਤਾਂ ਸੁਣ ਯਾਰ। ਉਹ ਸੁਣੋ ਭਾਈ ਜੀ, ਇੱਕ ਮਿੰਟ। ਉਹ ਤੁਹਾਡਾ ਰੋਸਾ ਵੀ ਮੈਂ ਇੱਕ ਮਿੰਟ ਦੱਸਦਾ। ਜਿਹੜੀ ਸ਼ਹਾਦਤ ਹੁੰਦੀ ਹੈ ਨਾ, ਉਹ ਗੱਲ ਜਿਹੜੀ ਪੰਜ ਦੀ ਗੱਲ ਉਹ ਕਰੋ ਤੁਸੀਂ, ਉੱਥੇ ਵਾਲੀ ਲੋੜ ਹੀ ਨਹੀਂ ਆਪਾਂ। ਉਹ ਇੱਕ ਮਿੰਟ ਗੱਲ ਸੁਣੋ, ਉਹ ਗੱਲ ਤੇ ਸੁਣ ਲਾ। ਉਹ ਇੱਕ ਮਿੰਟ ਬਾਬਾ ਜੀ, ਇੱਕ ਮਿੰਟ ਬਾਬਾ ਜੀ, ਕੋਈ ਨਹੀਂ ਇਹਨਾਂ ਨੂੰ ਖੜੇ ਕਰਕੇ ਇੱਕ ਮਿੰਟ ਬੈਠੋ। ਕੱਢ ਨਾ ਕਰੋ ਵਾਲੀ ਗੱਲ ਤੇ। ਬਾਬਾ ਜੀ ਦੀਪ ਜੀ ਉਹਨਾਂ ਦੀ ਗੱਲ ਅਸੀਂ ਇਹ ਨਹੀਂ ਕਹਿੰਦੇ ਕੋਈ ਦੀ ਗਲਤ ਆ, ਉਹ ਪ੍ਰਮਾਣ ਨਹੀਂ ਦੇ ਸ਼ਹੀਦ ਨਹੀਂ ਕਰ ਸਕਦੇ। ਸ਼ਹੀਦ ਨਹੀਂ ਕਹਿ ਸਕਦੇ। ਸ਼ਹੀਦ ਹੀ ਉਹਨੇ ਚੱਲ ਰਹੀ ਆ।
ਉਹ ਕੁਰਬਾਨ ਨੇ ਸਰਕਾਰ ਜੋ ਵੀ ਅਸੀਂ ਇਹਨਾਂ ਨੂੰ